सतनाम करता पुरख निर्भव निर्वैर अकाल मूर्त अजूनी सैभं गुरु प्रसाद। सतनाम वाहिगुरु साहिब जियो। राग सूही छंत महला पहला कर चौथा एक ओंकार सतगुरु प्रसाद। जिन किया तिन देखिया जग तंदड़ै लाया। दान तेरे घट चानना तन चंद दी पाया। जिन किया तिन देखिया जग तंदड़ै लाया। दान तेरे घट चानना तन चंद दी पाया। चंदो दी पाया दान हर कै दुख अंधेरा उठ गया। गुण जंज लाड़े नाल सो है परख मोहणियां लया। विवाह होवा सोभ सेती पंच शब्दी आया। जिन किया तिन देखिया जग तंदड़ै लाया। हों बलिहारी साजना मीता अवरीता। ਇਹ ਤਨ ਜਿਨ ਸਿਉ ਗਾਡਿਆ ਮਨ ਲੀੜਾ ਦੀਤਾ। ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸਜਨ ਕਿਉ ਵੀਸਰੈ। ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਹਿ ਰਹਿ। ਸਗਲ ਗੁਣ ਅਵਗਣ ਨਾ ਕੋਈ ਹੋਏ ਨੀਤਾ ਨੀਤਾ। हों बलिहारी साजना मीता अवरीता। गुणा का होवै वासुला कड़वास लही जय। जे गुण होवन साजना मिल सांझ करी जय। सांझ करी जय गुण केरी छोड़ अवगुण चलिए। पहरे पटंबर कर अडंबर आपना पिड़ मलिए। जिथे जाए बहिए भला कहिए चोल अमृत पीजै। गुणा का होवै वासुला कड़वास लही जय। आप करे किस आखिए होर करे न कोई। आखण ता को जाइए जे भुलड़ा होई। जे होए भूला जाए कहिए आप करता क्यों भुलै। सुने देखे बाज कहिए दान अन्न मंगिया दिवै। दान दे दाता जग विधाता नानका सच सोई। आप करे किस आखिए आखिए होर करे न कोई। दान दे दाता जग विधाता नानका सच सोई। आप करे किस आखिए होर करे न कोई। वाहिगुरु जी का खालसा वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी गुरु पातशाह जी की अपार बख्शिश टलदी शाम असी सतसंगत का समा माण रहे हैं। लड़ीवार गुरबाणी व्याख्या विच सूही राग के छंतां दी विचार हो रही है। गुरु नानक साहब द्वारा पहले जाम में उचरित किया गया पावन संदेश सानू प्राप्त है। लगातारता नाल विचार करदे हां इस छंद के पहले दो बंद असी विचारे ने। 3 नंबर पदे तो असी विचार अज अगे तोरांगे। जो पदा है गुणा का होवै वासुला कड़वास लही जै। जे गुण होवन साजना मिल सांझ करी जै। अक्सर सिखी
ਸਕੂਲ ਨੂੰ ਸਮਝਣ ਵਾਲੇ ਲੋਕ ਸਿੱਖੀ ਦੇ ਡੀਪ ਲੈਵਲ 'ਤੇ ਜਿਹੜੇ ਉਸ ਤਰੀਕੇ ਨਾਲ ਐਕਨੋਲਜਮੈਂਟ ਰੱਖਦੇ ਨੇ, ਜਿਨ੍ਹਾਂ ਨੂੰ ਪਤਾ ਆ, ਜਿਹੜੇ ਐਜੂਕੇਟ ਹੈਗੇ ਨੇ ਉਸ ਲੈਵਲ 'ਤੇ, they always say that if we try to put some mottos for Sikhi perspective, then one of them that pada guna kaho vai vasula kadwas lahi jai. ਸਿੱਖੀ ਦਾ ਆਸ਼ਾ ਇਹਦੇ 'ਚੋਂ ਬਹੁਤ ਸਿੱਧੇ ਤੌਰ 'ਤੇ ਨਜ਼ਰ ਪੈਂਦਾ ਹੈ ਕਿ ਸਿੱਖੀ ਦਾ ਸਹੀ ਪਰਸਪੈਕਟਿਵ ਆ ਹੈਗਾ। ਅੱਖਰ ਬਾ ਅੱਖਰ ਦੇ ਅਰਥ ਕਰਦਿਆਂ ਹੋਏ ਫਿਰ ਇਹਦੇ ਭਾਵ ਨੂੰ ਸਮਝਾਂਗੇ। ਗੁਣਾ ਕਹੋ ਵੈ ਵਾਸੂਲਾ, ਵਾਸੂਲਾ ਇੱਕ ਉਸ ਡੱਬੇ ਨੂੰ ਜਾਂ ਬਰਤਨ ਨੂੰ ਕਿਹਾ ਜਾਂਦਾ ਆ ਜਿਹਦੇ ਵਿੱਚ ਖੁਸ਼ਬੂ ਵਾਲੀਆਂ ਸਾਰੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਟੂ ਗੈਟ ਫ੍ਰੈਗਰੈਂਸ, ਕਿਸੇ ਖੁਸ਼ਬੂ ਨੂੰ ਲੈਣ ਵਾਸਤੇ ਉਸ ਰੂਪ ਦੇ ਵਿੱਚ। ਸੋ ਕੋਈ ਇਤਰ ਹੈ, ਕੋਈ ਚੰਦਨ ਦੀ ਲੱਕੜ ਹੈ ਜਿਹਨੂੰ ਕਿਹਾ ਜਾ ਕਿ ਜਿਵੇਂ ਸੈਂਡਲਵੁੱਡ ਹੁੰਦੀ ਹੈ, ਜਾਂ ਕੋਈ ਵੀ ਐਸੋ ਚੀਜ਼ ਉਹ ਉਹਦੇ ਵਿੱਚ ਰੱਖ ਦੇਣੀ, ਉਹਨੂੰ ਵਾਸੂਲਾ ਕਿਹਾ ਗਿਆ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੂਲਾ, ਇੰਡੀਡ ਜਿਹਨੂੰ ਦੇਖਿਆ ਜਾਏ ਤੇ ਮਹਾਰਾਜ ਇਹ ਸਾਨੂੰ ਪ੍ਰੇਰਨਾ ਦੇ ਰਹੇ ਨੇ, ਇੰਸਪੀਰੇਸ਼ਨ ਦੇ ਰਹੇ ਨੇ। ਸਾਡਾ ਜੀਵਨ ਕੈਸਾ ਹੋਣਾ ਚਾਹੀਦਾ ਹੈਗਾ, ਇੱਕ ਵਾਸੂਲੇ ਦੀ ਤਰ੍ਹਾਂ, ਜਿਹਦੇ ਵਿੱਚ ਸਵਾਏ ਖੁਸ਼ਬੂ ਤੋਂ, ਤੁਸੀਂ ਦੇਖੋ ਨਾ ਘਰਾਂ 'ਚ ਵੱਖਰੀਆਂ ਵੱਖਰੀਆਂ ਚੀਜ਼ਾਂ ਸਟੈਕ ਕਰਨ ਵਾਸਤੇ, ਵੱਖਰੀਆਂ ਵੱਖਰੀਆਂ ਚੀਜ਼ਾਂ ਕੰਟੇਨ ਕਰਨ ਵਾਸਤੇ, ਕੈਰੀ ਕਰਨ ਵਾਸਤੇ ਅਸੀਂ ਸਪੇਸਿਸ ਜਿਹੜੇ ਨੇ ਉਹ ਡੈਡੀਕੇਟ ਕੀਤੇ ਹੁੰਦੇ ਨੇ, ਅਸੀਂ ਉਹਨਾਂ ਨੂੰ ਰਿਜ਼ਰਵ ਕੀਤਾ ਹੁੰਦਾ ਕਿ ਦੈਟ ਸਪੇਸ ਇਜ਼ ਫॉर ਦੈਟ ਸਟਫ, ਦੈਟ ਐਕਚੁਅਲੀ ਜਿਹੜਾ ਬਾਕਸ ਇਜ਼ ਫॉर ਦਿਸ ਸਪੈਸੀਫਿਕ ਮਟੀਰੀਅਲ। ਅਤੇ ਕੁਝ ਐਸਾ ਜਗ੍ਹਾ ਜਾਂ ਕੁਝ ਐਸੀ ਥਾਂ ਹੁੰਦੀ ਜਿਹਨੂੰ ਅਸੀਂ ਖਾਸ ਬੜੀ ਪਵਿੱਤਰ ਅਤੇ ਸੈਕਰੇਟ ਸਾਈਡ ਤੋਂ ਉਹਨੂੰ ਡੈਡੀਕੇਟ ਕਰ ਦਿੰਦੇ ਹਾਂ। ਸੋ ਜਿਹੜਾ ਇੱਕ ਐਸਾ ਵਾਸੂਲਾ, ਇੱਕ ਐਸਾ ਡੱਬਾ ਜਿਹਦੇ 'ਚ ਸਿਰਫ ਖੁਸ਼ਬੂ ਹੀ ਪਾਈ ਜਾ ਸਕੇ, ਉਹੀ ਪਾਈ ਜਾ ਸਕੇ। ਇਹ ਸਾਡੇ ਹੁਣ ਮਨ ਮੰਡਲ ਦੀ, ਸਾਡੀ ਸੁਰਤੀ ਦੀ, ਸਾਡੇ ਜ਼ਹਿਨ ਦੀ ਗੱਲ ਹੋ ਰਹੀ ਹੈ। ਸਵੇਰ ਤੋਂ ਸ਼ਾਮ ਤੱਕ ਅਸੀਂ ਜਿੱਧਰ ਜਾਂਦੇ ਹਾਂ ਸਾਨੂੰ ਦੁਨੀਆ ਭਰ ਦਾ ਐਕਸਪੋਜ਼ਰ ਮਿਲਦਾ ਆ, ਚੰਗਾ ਮਾੜਾ, ਉੱਚਾ ਨੀਵਾਂ, ਵਾਈਜ਼ ਨੋਨ ਵਾਈਜ਼, ਐਵਰੀਥਿੰਗ। ਹੁਣ ਉਸ ਸਾਰੇ ਦੇ ਵਿੱਚੋਂ ਅਸੀਂ ਕਿਸ ਚੀਜ਼ ਨੂੰ ਕੰਟੇਨ ਕਰਨਾ ਹੈ, ਕਿਸ ਚੀਜ਼ ਨੂੰ ਕੈਰੀ ਕਰਨਾ ਹੈ, ਕਿਸ ਚੀਜ਼ ਨੂੰ ਆਪਣੇ ਅੰਦਰ ਪਾਉਣਾ ਆ, ਇਹਦੇ ਲਈ ਸਾਨੂੰ ਆਪਣੇ ਵਿਵੇਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਵਿਚ ਵੀ ਕਾਲਡ ਇਨ ਟੂ ਦਿਸ ਲੈਂਗੁਏਜ ਫਿਲਟਰ। ਫਿਲਟਰ ਕਰੋ ਚੀਜ਼ਾਂ ਨੂੰ, ਉਸ ਤੋਂ ਬਾਅਦ ਉਹਨਾਂ ਚੀਜ਼ਾਂ ਨੂੰ ਆਪਣੀ ਸੁਰਤ ਵਿੱਚ, ਆਪਣੇ ਜੀਵਨ ਵਿੱਚ, ਆਪਣੇ ਅੰਦਰ ਉਸ ਲੈਵਲ 'ਤੇ ਉਹਨਾਂ ਨੂੰ ਸਟੇਕ ਕਰੋ, ਉਹਨਾਂ ਨੂੰ ਉਸ ਤਰੀਕੇ ਨਾਲ ਉਹਨਾਂ ਨੂੰ ਪਾਉਣਾ ਸ਼ੁਰੂ ਕਰੋ। ਸਭ ਕਹਿੰਦੇ ਗੁਣਾ ਕਾ ਹੋਵੇ ਵਾਸੂਲਾ, ਗੁਣ ਹੀ ਇਕੱਠੇ ਕਰਨੇ ਨੇ। ਅਤੇ ਗੁਣ ਧਰਤੀ 'ਤੇ ਕਦੀ ਵੀ ਐਸਾ ਸਮਾਂ ਨਹੀਂ ਆਏਗਾ ਕਿ ਗੁਣ ਮੁੱਕ ਜਾਣਗੇ। ਨੋ, ਗੁਣ ਹਰ ਵਕਤ, ਹਰ ਸਮੇਂ ਕਰਤਾਰ ਦੀ ਕੁਦਰਤ ਐਸੀ, ਇਹਨੇ ਬਣਾਏ ਨੇ, ਇਹਨੇ ਹਰ ਇੱਕ ਨੂੰ ਬਖਸ਼ਿਆ ਆ। ਤੁਸੀਂ ਮਾੜੀ ਤੋਂ ਮਾੜੀ ਚੀਜ਼ 'ਚ ਵੀ ਗੁਣ ਲੱਭ ਸਕਦੇ ਹੋ, ਉਹਦੇ ਵਿੱਚ ਵੀ ਕੋਈ ਖੂਬੀ ਆ, ਉਹਦੇ ਵਿੱਚ ਵੀ ਕੋਈ ਖਾਸੀਅਤ ਆ। ਜਿਵੇਂ ਸਪੋਜ਼ ਕਰੋ ਸਭ ਤੋਂ ਮਾੜੇ ਜਿਹੜੀ, ਜਾਂ ਜਿਹਨੂੰ ਅਸੀਂ ਕਹਿ ਸਕਦੇ ਹੈਗੇ ਆ ਕਿ ਹੈ ਚੀਜ਼, ਜਿਵੇਂ ਮਨਿਊਰ ਆ, ਗੋਇਆ, ਰੂੜੀ, ਗਾਰਬੇਜ, ਉਹਦੇ ਵਿੱਚ ਵੀ ਗੁਣ ਹੈ। ਗੁਣ ਇਹ ਹੈ ਕਿ ਉਹਦਾ ਇਸਤੇਮਾਲ ਕਰੋ, ਉਹਨੂੰ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾਓ, ਉਹਦੇ ਵਿੱਚ ਚੰਗੇ ਬੀਜ ਲਗਾਓ, ਬੜੇ ਵਧੀਆ ਪ੍ਰਫੁੱਲਤ ਹੋਣਗੇ, ਉਹ ਫੁੱਲ ਦੇਣਗੇ, ਫਲ ਦੇਣਗੇ, ਪੱਤ ਦੇਣਗੇ। ਸੋ ਇਹ ਹੈ, ਤੁਹਾਨੂੰ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈ। ਗੁਣ ਗ੍ਰਹਿਣ ਕਰਨ ਦਾ ਜੇ ਬਿਰਤੀ, ਜੇ ਇਸ ਕਿਸਮ ਦਾ ਬੰਦੇ ਦੀ ਸੋਚ ਹੈ, ਇਸ ਕਿਸਮ ਦਾ ਬੰਦੇ ਨੇ ਆਪਣੇ ਆਪ ਨੂੰ ਐਜੂਕੇਟ ਕਰ ਲਿਆ, ਸਮਝਾ ਲਿਆ ਹੈ, ਅਤੇ ਜੀਵਨ ਵਿੱਚ ਗੁਣਾਂ ਦਾ ਬੰਦਾ ਵਾਸੂਲਾ ਬਣ ਜਾਏਗਾ। ਚਾਰ ਚੁਫੇਰੇ ਜਿੱਧਰ ਵੀ ਵਿਚਰੇਗਾ ਗੁਣ ਗ੍ਰਹਿਣ ਕਰਦਾ ਲੱਗਾ ਜਾਏਗਾ। ਸੋ ਸਾਹਿਬ ਕਹਿੰਦੇ ਗੁਣਾ ਕਾ ਹੋਵੇ ਵਾਸੂਲਾ, ਕੱਢ ਵਾਸ ਲਈ ਜੈ, ਕੱਢ ਵਾਸ ਲਈ ਜੈ, ਖੁਸ਼ਬੂ ਇਕੱਠੀ ਕਰਨੀ। ਹੁਣ ਜਿਵੇਂ ਭੌਰਾ ਆ ਜਾਂ ਹਨੀ ਬੀਜ਼ ਨੇ, ਹੁਣ ਉਹ ਫੁੱਲਾਂ 'ਤੇ ਫਿਰਦੀਆਂ ਇਸ ਤਰੀਕੇ ਨਾਲ, ਅਤੇ ਉਹਨਾਂ ਦੀ ਸਾਂਝ ਕਿਹਦੇ ਨਾਲ ਹੈ? ਨੈਕਟਰਸ ਦੇ ਨਾਲ, ਰਸ ਦੇ ਨਾਲ, ਜਿਹੜਾ ਉਹਦੇ ਵਿੱਚ ਪਿਆ ਹੈ ਉਸ ਤਰੀਕੇ ਨਾਲ ਅੰਮ੍ਰਿਤ। ਮਨੁੱਖੀ ਜ਼ਿੰਦਗੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਬਚਨ ਕਿਹਾ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਜਦੋਂ ਤੱਕ ਸੰਸਾਰ ਵਿੱਚ ਰਹਿਣਾ ਆ, ਕਿਸੇ ਦੀ ਗੱਲ ਸੁਣਨੀ ਵੀ ਪੈਣੀ ਹੈ, ਕਿਸੇ ਨੂੰ ਗੱਲ ਕਹਿਣੀ ਵੀ ਪੈਣੀ ਹੈ। ਕਮਿਊਨੀਕੇਸ਼ਨ, ਡਾਇਲੋਗ, ਇਹ ਚੱਲਦਾ ਰਹੇਗਾ। ਜਿਸ ਤਰ੍ਹਾਂ ਕਿਹਾ ਜਾਏ ਇੰਟਰੈਕਸ਼ਨ ਹੋਏਗੀ, ਚੰਗਿਆਂ ਨਾਲ ਵੀ, ਮਾੜਿਆਂ ਨਾਲ ਵੀ, ਸਹੀ ਨਾਲ ਵੀ, ਗਲਤ ਨਾਲ ਵੀ, ਪਰ ਉਹਦੇ ਵਿੱਚੋਂ ਅਸੀਂ ਗੁਣ ਗ੍ਰਹਿਣ ਕਰਨੇ ਨੇ। ਸੋ ਬੰਦਾ ਕੋਈ ਕਹਿ ਸਕਦਾ ਕਿ ਮਾੜੇ ਤੋਂ ਕੀ ਗੁਣ ਲਿਆ ਜਾ ਸਕਦਾ? ਜਿਹੜਾ
ਜਿਹੜਾ ਬੰਦਾ ਭੈੜਾ ਹੈ ਉਹਦੇ ਤੋਂ ਕੀ ਗੁਣ ਲਿਆ ਜਾ ਸਕਦਾ ਹੈਗਾ। ਸ਼ੇਖ ਸਾਦੀ ਜੀ ਦੀ ਇੱਕ ਐਗਜ਼ਾਮਪਲ ਕਰਕੇ ਫਿਰ ਅੱਗੇ ਬਚਨ ਨੂੰ ਕਰ ਦਿੰਨਾ। ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਸ਼ਾਗਿਰਦਾਂ ਨੇ ਪੁੱਛਿਆ ਕਿ ਅਸੀਂ ਤੁਹਾਨੂੰ ਆਪਣਾ ਟੀਚਰ ਮੰਨਦੇ ਹਾਂ, ਉਸਤਾਦ, ਮੁਰਸ਼ਿਦ ਕਾਮਲ, ਅਸੀਂ ਆਪ ਤੁਹਾਡੇ ਡਿਸਾਈਪਲ ਹੈਗੇ ਹਾਂ, ਤੁਹਾਡੇ ਚੇਲੇ ਹੈਗੇ ਹਾਂ, ਸੇਵਕ ਹੈਗੇ ਹਾਂ। ਅਸੀਂ ਦੇਖਦੇ ਹਾਂ ਕਿ ਅਸੀਂ ਪੈਰ ਪੈਰ 'ਤੇ ਗਲਤੀਆਂ ਕਰਦੇ ਹਾਂ, ਬਟ ਐਜ਼ ਏ ਹਿਊਮਨ ਬੀਇੰਗ we never ever notice that you do any mistakes. So our actually very legitimate question is, how come? What kind of teacher you had who actually taught you at a level where you're not making any mistake, you're totally perfect? So please tell us your teacher's name, your actually school's name, so that we can actually at least figure it out कि where this perfect character caliber is coming from. ਸ਼ੇਖ ਸਾਦੀ ਹੱਸ ਪਿਆ ਤੇ ਹੱਸ ਕੇ ਕਹਿੰਦੇ ਤੁਹਾਡੇ ਕੁਐਸਚਨ ਜਿਹੜਾ ਛੋਟਾ ਤੁਹਾਡਾ ਕੁਐਸਚਨ ਐਡਾ ਛੋਟਾ ਆਨਸਰ ਨਹੀਂ ਹੋਣਾ, ਆਨਸਰ ਬਹੁਤ ਲੰਮਾ ਹੋ ਜਾਣਾ। ਬਿਕੋਜ਼ ਇਫ ਆਈ ਹੈਵ 1 or 2 or 3 or 4 5 10 teachers or schools, I can actually name it right now, but I have tons of teachers. ਉਹ ਕਹਿੰਦੇ ਕੋਈ ਗੱਲ ਨਹੀਂ, ਇਟਸ ਓਕੇ, ਕੁਛ ਤੇ ਕਾਊਂਟ ਕਰਾਓ ਨਾ ਆਪਣੇ, ਕੁਛ ਤੇ ਉਂਗਲੀਆਂ ਤੇ ਗਿਣੀਆਂ ਵੀ ਕਿਹੜੇ ਕਿਹੜੇ ਤੁਹਾਡੇ ਟੀਚਰ ਹੈਗੇ ਨੇ, ਪਤਾ ਲੱਗੇ ਕਿ ਉਹ ਕਿਹੜੇ ਹੈਗੇ ਨੇ। ਸ਼ੇਖ ਸਾਦੀ ਇੱਕ ਪੱਲੀ ਪੌਜ਼ ਕਰਕੇ ਕਹਿੰਦਾ ਦੁਨੀਆ ਦੇ ਜਿਤਨੇ ਮੂਰਖ, ਜਿਤਨੇ ਜਿਹਨਾਂ ਨੂੰ ਕਿਹਾ ਜਾਏ ਕਿ ਅਸੀਂ ਕਹਿੰਦੇ ਕਿ ਮੈਡ ਪੀਪਲ, ਕਮਲੇ ਲੋਕ, ਉਹ ਸਾਰੇ ਦੇ ਸਾਰੇ ਮੇਰੇ ਟੀਚਰ ਨੇ। ਉਹਦੇ ਸ਼ਾਗਿਰਦ ਹੱਸ ਪਏ, ਹੱਸ ਕੇ ਕਹਿਣ ਲੱਗੇ ਉਸਤਾਦ ਜੀ you are joking with us. We are not in joking mood. This is our very serious question. Please answer this. No, I'm also not in joking mood at all. I'm giving you exactly right answer. Okay, how come? एडा परफेक्ट बंदा, एडे कैलीबर का बंदा, ਉਹਦੇ ਉਸਤਾਦ ਮੂਰਖ ਲੋਕ। ਕਹਿੰਦਾ ਹਾਂ ਮੂਰਖ ਲੋਕ। ਕਹਿੰਦੇ ਜਦੋਂ ਸੰਸਾਰ ਵਿੱਚ ਵਿਚਰਦਾ ਸੀਗਾ ਤੇ ਮੈਂ ਵੇਖਦਾ ਸੀ ਮੂਰਖਾਂ ਨੂੰ ਗਲਤੀਆਂ ਕਰਦਿਆਂ ਨੂੰ, ਠੋਕਰਾਂ ਖਾਂਦਿਆਂ ਨੂੰ, ਤੇ ਮੈਂ ਪੱਕੇ ਤੌਰ 'ਤੇ ਕਿਹਾ ਸੀਗਾ ਜਦੋਂ ਇਹਨੇ ਗਲਤੀ ਕਰਕੇ ਆ ਸਿੱਟਾ ਇਹ ਰਿਜ਼ਲਟ ਲੈ ਲਿਆ, ਇਹਦੇ ਕੌਨਸੀਕੁਐਂਸਿਸ ਫੇਸ ਕਰ ਰਿਹਾ ਹੈ, ਤੇ ਮੈਨੂੰ ਜ਼ਰੂਰੀ ਨਹੀਂ ਕਿ ਮੈਂ ਠੋਕਰ ਖਾ ਕੇ ਜ਼ਰੂਰ ਇਹ ਕੌਨਸੀਕੁਐਂਸਿਸ ਫੇਸ ਕਰਾਂ। ਮੈਂ ਉਹਦੇ ਤੋਂ ਲਰਨ ਕਰ ਲਿਆ, ਮੈਂ ਉਹਨੂੰ ਉਸਤਾਦ ਮੰਨ ਲਿਆ। ਜੋ ਅਸੀਂ ਸੰਸਾਰ ਵਿੱਚ ਵਿਚਰਦੇ ਹੋ, ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਕਹਾਂ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ। ਨੈਣ ਪਸਾਰ ਦਾ ਅੱਖਾਂ ਖੋਲ ਕੇ ਵੇਖਣਾ। Always try to actually keep your eyes and ears open so that you can witness, you can observe this world in a proper manners. ਜਿਹੜਾ ਸਹੀ ਤਰੀਕੇ ਦੇ ਨਾਲ ਸੰਸਾਰ ਨੂੰ ਜਿਹੜਾ ਹੈਗਾ ਉਹਨੂੰ ਵੇਖ ਸਕਣਾ, ਤੇ ਉਹਦੇ 'ਚੋਂ ਫਿਰ ਜੋ ਆਪਣੇ ਹਿੱਸੇ ਦੀ ਬਣਦੀ ਸਿੱਖਿਆ ਆ ਉਹਨੂੰ ਗ੍ਰਹਿਣ ਕਰ ਸਕਣਾ। ਇਹ ਵੀ ਹੈ ਗੁਣ ਗ੍ਰਹਿਣ ਕਰਨ ਦਾ ਮਾਇਨਾ ਇਹ ਹੁੰਦਾ ਆ। ਇਹ ਸੰਸਾਰ ਆ, ਇਹਦੇ ਵਿੱਚ ਕਿਤੇ ਕਿਸੇ ਕੋਲ ਖਾਸੀਅਤ ਹੈ ਉਹ ਲੈ ਲਓ, ਜੇ ਖਾਸੀਅਤ ਨਹੀਂ ਹੈਗੀ ਤਾਂ ਤੁਸੀਂ ਦੇਖ ਰਹੇ ਹੋ ਕਿ lack of some virtues, lack of some actually kind of qualities, lack of some kind of wisdom, someone is facing harsh times, someone is facing a big consequences, then definitely that is lesson for me. ਇਹ ਮੇਰੇ ਵਾਸਤੇ ਇਸ ਤੋਂ ਵਧੀਆ ਲੈਸਨ ਕੀ ਹੋ ਸਕਦਾ ਹੈਗਾ ਕਿ ਭਾਈ ਆਹ ਚੀਜ਼ ਕਰਕੇ ਆਹ ਬੰਦਾ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਡਿਪਰੀਵ ਕਰ ਰਿਹਾ ਹੈਗਾ। ਸੋ ਇਹ ਹੈ ਗੁਣਾ ਕਾ ਹੋਵੇ ਵਾਸੁਲਾ। ਇੱਕ ਐਸੀ ਸੁਰਤ ਤਿਆਰ ਕਰਨੀ, ਮੈਂ ਸਿੱਖਿਆ ਹੀ ਲੈਣੀ ਹੈ, ਮੈਂ ਗੁਣ ਹੀ ਗ੍ਰਹਿਣ ਕਰਨਾ, ਤੇ ਹਰ ਚੀਜ਼ ਤੋਂ ਹਰ ਰੂਪ ਵਿੱਚ। ਸਾਹਿਬ ਸਿੰਘ ਜੀ ਕਹਿੰਦੇ ਗੁਰਮੁਖਾਂ ਤੋਂ ਗੁਣ ਗ੍ਰਹਿਣ ਕਰਨੇ। ਹਾਂ, ਨੋ ਡਾਊਟ ਗੁਰਮੁਖਾਂ ਤੋਂ ਗੁਣ ਗ੍ਰਹਿਣ ਕਰਨੇ ਹੀ ਨੇ। ਚੰਗਿਆਂ ਦੀ ਸੋਬਤ, ਚੰਗਿਆਂ ਦੀ ਸੰਗਤ ਬੈਠਣਾ, ਉਹਨਾਂ ਤੋਂ ਚੰਗੇ ਗੁਣ ਗ੍ਰਹਿਣ ਕਰਨੇ, ਉਹਨਾਂ ਤੋਂ ਚੰਗੀ ਜਾਚ ਸਿੱਖ ਲੈਣੀ। ਜੇ ਮੈਨੂੰ ਹੋਰ ਇਹਨੂੰ ਸਰਲ ਭਾਵ ਵਿੱਚ ਬਿਆਨ ਕਰਾਂ ਤੇ ਸਾਡੇ ਗੁਰਮਤਿ ਇੰਸਟੀਟਿਊਸ਼ਨ 'ਚ ਸਾਨੂੰ ਪੜ੍ਹਾਉਂਦੇ ਹੁੰਦੇ ਸੀਗੇ ਸਾਡੇ ਵਿਦਿਆ ਦਾਤਾ, ਬਹੁਤ ਸਕਾਲਰ ਬੰਦੇ ਸੀਗੇ, ਕਮਾਲ ਦੇ, ਮਤਲਬ ਇਤਨੇ ਲਿਟਰੇਸੀ ਇਤਨੀ ਜ਼ਿਆਦਾ ਹੋਣੀ ਕਿਸੇ ਇੱਕ ਬੰਦੇ ਦੇ ਕੋਲ। ਹੀ ਵਾਜ਼ ਕਾਈਂਡ ਆਫ ਏ ਯੂਨੀਵਰਸਿਟੀ, ਮਤਲਬ ਤੁਰਦੀ ਫਿਰਦੀ ਯੂਨੀਵਰਸਿਟੀ। ਐਂਸ਼ੀਅੰਟ ਟਾਈਮ ਦੇ ਭਾਰਤੀ ਗ੍ਰੰਥਾਂ ਤੋਂ ਲੈ ਕੇ ਤੇ ਅੱਜ ਤੱਕ ਦੀ ਦੁਨੀਆ ਦਾ ਜਿਹੜਾ ਹੈਗਾ ਪੋਸਟ ਮਾਡਰਨ ਪੀਰੀਅਡ ਦਾ ਲਿਟਰੇਚਰ ਸੀਗਾ, ਜਿਵੇਂ ਉਹਦੇ ਅੰਦਰ ਕਾਈਂਡ ਆਫ ਇਟਸ ਐਕਚੁਅਲੀ ਫਲੋ ਲਾਈਕ ਏ ਰਿਵਰ, ਇਸ ਤਰ੍ਹਾਂ ਚੱਲਦਾ ਸੀ। ਅਸੀਂ ਕੋਈ ਉਹਨਾਂ ਨੂੰ ਬਾਤ ਕਰਨੀ, ਉਹਨਾਂ ਨੇ ਐਵੀਡੈਂਸ ਬੇਸਡ, ਬਿਲਕੁਲ ਡਾਟਾ ਬੇਸਡ, ਬਿਲਕੁਲ ਫੈਕਟ ਬੇਸਡ, ਇਸ ਤਰੀਕੇ ਦੇ ਨਾਲ ਸਾਨੂੰ ਚੀਜ਼ਾਂ ਲਿਆ ਕੇ ਦੱਸਣੀਆਂ ਹਰ ਲੈਵਲ 'ਤੇ, ਉਸ ਤਰੀਕੇ ਨਾਲ।
ਦੁਨੀਆ ਭਰ ਦੇ ਲਿਟਰੇਚਰ 'ਚੋਂ, ਪੋਇਟਰੀ 'ਚੋਂ ਐਗਜ਼ਾਮਪਲਸ ਕਰ ਕਰਕੇ। ਅਤੇ ਉਹਨਾਂ ਨੇ ਸਾਨੂੰ ਪੜ੍ਹਾਉਣਾ ਮਤਲਬ ਬਹੁਤ ਜ਼ਿਆਦਾ, ਜੇ ਸਪੋਜ਼ ਕਰਨ ਦੀ ਕਲਾਸ 2 ਘੰਟੇ ਦੀ ਹੈ ਅਤੇ ਉਹਨਾਂ ਨੇ ਕਹਿਣਾ 4 ਘੰਟੇ ਲਗਾਓ, ਇਟਸ ਓਕੇ। ਕਈ ਵਾਰ ਸਾਡੇ ਲੰਚ ਟਾਈਮ ਵਿੱਚ ਆ ਜਾਣਾ, ਇਟਸ ਓਕੇ, I'm not going to steal your lunch. You can eat and let me speak. Let me teach you something. Let me actually give you some more information about topics which we were discussing today. So ਇਸ ਤਰੀਕੇ ਨਾਲ ਉਹਨਾਂ ਨੇ ਸਾਨੂੰ ਸ਼ੇਪ ਦੇ ਦਿੱਤੀ ਸਾਰੇ ਦੀ ਸਾਰੇ। ਅਤੇ ਉਹਦੇ 'ਚ ਉਹਨਾਂ ਨੇ ਸਭ ਕੁਛ ਪੜ੍ਹਾ ਕੇ ਅਤੇ ਫਿਰ ਉਹਨਾਂ ਨੇ ਇੱਕ ਲਾਈਨ ਜ਼ਰੂਰ ਸਾਡੇ ਨਾਲ ਜਿਹੜੀ ਹੈਗੀ ਉਹ ਕਿਆ ਕਰਨੀ ਸਾਡੇ ਨਾਲ, ਉਹਨਾਂ ਨੇ ਜ਼ਰੂਰ ਉਹਨਾਂ ਨੇ ਸਾਨੂੰ ਦੱਸਣੀ। ਉਹਨਾਂ ਕਹਿਣਾ ਕਿ ਮੇਰੇ ਤੋਂ ਸਾਰਾ ਕੁਛ ਲੈ ਲਓ ਬੇਟਾ, whatever I have, that's for yours. I don't want to actually waste this wisdom when I'm going to actually die. No. I really want to spread it. I really want to give you. But ਇੱਕ ਚੀਜ਼ ਨਾ ਮੇਰੇ ਤੋਂ ਲਿਆ ਅੱਜ ਬਿਲਕੁਲ ਵੀ, ਉਹ ਮੇਰਾ ਸੁਭਾਅ, ਉਸ ਤੋਂ ਮੈਂ ਖੁਦ ਵੀ ਖੁਸ਼ ਨਹੀਂ ਹੈਗਾ। ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਸਾਰੇ, ਅਤੇ ਮੇਰੀ ਸਿਰਫ 366 ਬੰਦਿਆਂ ਨਾਲ ਲੜਾਈ ਹੁੰਦੀ ਹੈ। ਮਤਲਬ ਐਵਰੀ ਡੇ I have some kind of argument with at least one person. So that is not a good, actually, you can say, nature. So please don't follow it, don't take it. But everything else is just gold, just actually kind of, you can say, precious, take it. So ਇਹ ਤਰੀਕਾ, ਹਾਲਾਂਕਿ ਇਹਦੇ ਬਾਰੇ ਖੁਦ ਅਵੇਅਰ ਨੇ, ਇਹ ਵੀ ਇੱਕ ਬੜੀ ਵੱਡੀ ਗੱਲ ਹੈ, ਪਰ ਇਹ ਹੈ ਗੁਨਾਹ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜਾਏ। ਤੁਸੀਂ ਐਸੇ ਜਿਹੇ ਵਾਸਲੇ ਬਣ ਜਾਓ, ਖੁਸ਼ਬੂ ਦੇ ਭਾਂਡੇ ਬਣ ਜਾਓ, ਬਸ ਖੁਸ਼ਬੂ ਹੀ ਇਕੱਠੀ ਕਰ ਰਹੇ ਜਿੱਧਰ ਜਾ ਰਹੇ। ਇਹਨੂੰ ਗੁਰੂ ਸਾਹਿਬ ਨੇ ਕਿਹਾ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜਾਏ। ਜੇ ਗੁਣ ਹੋਵਨ ਸਾਜਨਾ, ਜੇ ਆਲੇ ਦੁਆਲੇ ਸੱਜਣ ਮਿੱਤਰ ਸੁਹਿਰਦਾਂ ਦੇ ਵਿੱਚ ਗੁਣ ਹੋਣ, ਤੇ ਗੁਰਬਾਣੀ ਮੁਤਾਬਕ ਸਾਡਾ ਕੋਈ ਦੁਸ਼ਮਣ ਤੇ ਹੈ ਨਹੀਂਗਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਕੋਈ ਹੋਰ ਮੰਨੇ ਆਪਣਾ ਦੁਸ਼ਮਣ, ਆਪਣੇ ਆਪ ਨੂੰ ਮੰਨੇ, ਅਸੀਂ ਤੇ ਕਹਿੰਦੇ ਤੂੰ ਸੱਜਣ ਹੈ ਭਾਈ, ਸੁਹਿਰਦ ਹੈ। ਅਸੀਂ ਇਸ ਕਿਸਮ ਦੀ ਗੁਨਾਹ ਕਾ ਹੋਵੇ ਵਾਸਲਾ ਕੜਵਾਸ ਲਈ ਜਾ। ਜੇ ਗੁਣ ਹੋਵਨ ਸਾਜਨਾ, ਜਿਹੜੇ ਆਲੇ ਦੁਆਲੇ ਸੱਜਣ ਲੋਕ ਨੇ ਜਿਹਨਾਂ 'ਚ ਗੁਣ ਹੋਣ ਤੇ ਫਿਰ ਮੈਂ ਬੇਨਤੀ ਕਰਾਂਗਾ, ਗੁਣਾਂ ਤੋਂ ਖਾਲੀ ਕੋਈ ਨਹੀਂਗਾ ਧਰਤੀ ਦੇ ਉੱਤੇ। ਕੁਦਰਤ ਨੇ ਹਰ ਚੀਜ਼ 'ਚ ਕੁਝ ਨਾ ਕੁਝ ਖੂਬੀ ਕੁਆਲਿਟੀ ਪਾਈ ਹੈ। ਜਿਵੇਂ ਸਪੋਜ਼ ਮੈਂ ਸਾਇੰਟੀਫਿਕ ਸਾਈਡ ਤੋਂ ਕੁਝ ਮਿਸਾਲਾਂ ਦੇਵਾਂ, ਤੇ ਜਿਵੇਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਰੱਬ ਨੇ ਕੁਛ ਚੀਜ਼ਾਂ 'ਤੇ ਐਵੇਂ ਆਵਾਜ਼ਾਰ ਹੀ ਪੈਦਾ ਕਰਤੀਆਂ, ਜਿਵੇਂ ਮੱਛਰ ਆ, ਜਿਵੇਂ ਛੋਟੀਆਂ ਛੋਟੀਆਂ ਮੱਖੀਆਂ ਨੇ, ਖਾਸ ਕਰਕੇ ਜਿਵੇਂ ਸੱਪ ਆ, ਜਿਵੇਂ ਹੋਰ ਬਹੁਤ ਸਾਰੇ ਕੀੜੇ ਮਕੌੜ ਨੇ, ਜ਼ਹਿਰੀਲੇ ਕੀੜੇ ਇਹੋ ਜਿਹੇ। ਬੱਚੇ ਕਈ ਵਾਰੀ ਕਹਿਣਗੇ ਸਪਾਈਡਰਸ, ਵਾਈ ਮਦਰ ਨੇਚਰ ਐਕਚੁਅਲੀ ਪ੍ਰੋਡਿਊਸ ਦੈਮ। ਨੋ, ਦੇ ਆਰ ਟੋਟਲੀ ਐਕਚੁਅਲੀ ਦੇ ਸ਼ੁੱਡ ਨੋਟ ਬੀ ਇਨ ਦਿਸ ਵਰਲਡ ਐਟ ਆਲ। ਇਸ ਕਿਸਮ ਦੀਆਂ ਗੱਲਾਂ ਕਰਦੇ। ਜੇ ਅਸੀਂ ਸਾਇੰਟੀਫਿਕ ਸਾਈਡ ਤੋਂ ਜਾਣਦੇ ਹੋ ਤਾਂ ਇੱਕ ਈਕੋ ਸਿਸਟਮ ਹੈ। ਉਸ ਈਕੋ ਸਿਸਟਮ ਦੇ ਵਿੱਚ ਜਿਹੜਾ ਇਕੋਲੋਜੀਕਲ ਸਿਸਟਮ ਬਣਾਇਆ ਕੁਦਰਤ ਨੇ, ਉਹਦੇ ਵਿੱਚ ਜਿਹੜੀ ਜੀਵਾਂ ਦੀ ਪ੍ਰੋਡਕਸ਼ਨ ਹੈ ਸਾਰੀ, ਜਿਹੜੀ ਸਭ ਉਸ ਲੈਵਲ 'ਤੇ ਬਣਦੀ ਹੈ, ਉਹਦੇ 'ਚ ਸਭ ਤੋਂ ਜਿਹੜਾ ਪਹਿਲਾ ਪਾਰਟ ਆਪਣਾ ਰੋਲ ਪਲੇ ਕਰਦਾ ਹੈ, ਉਹ ਮੱਛਰ ਹੈ, ਮੱਖੀ ਹੈ। ਬੜੇ ਥੋੜ੍ਹੇ ਜਿਹੇ ਰਿਸੋਰਸ ਦੇ ਵਿੱਚੋਂ, ਪ੍ਰੋਟੀਨ ਦੇ ਨਾਲ, ਉਹ ਇੱਕ ਤਰ੍ਹਾਂ ਦੇ ਨਾਲ ਪੈਦਾਇਸ਼ ਵਿੱਚ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਖਾ ਕੇ ਕਿੰਨੇ ਕਿਸਮ ਦੇ ਜਿਹੜੇ ਡਿਫਰੈਂਟ ਸਪਾਈਡਰਸ ਨੇ, ਡਿਫਰੈਂਟ ਹੋਰ ਜੀ ਨੇ, ਉਹ ਸਰਵਾਈਵ ਕਰਦੇ ਉਹਦੇ ਉੱਤੇ। ਇੱਕ ਫੂਡ ਚੇਨ ਚੱਲਦੀ ਪੂਰੀ। ਜੇ ਮੱਛਰ ਆ ਤੇ ਮੱਛਰ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਨੈਕਸਟ ਜਿਹੜਾ ਹੈਗਾ ਉਹਨੂੰ ਐਜ਼ ਏ ਮੱਛਰ ਨੂੰ ਪ੍ਰੇ ਯੂਜ਼ ਕਰਨ ਵਾਲਾ ਉਹ ਜਿਹੜਾ ਹੈਗਾ ਉਹਦਾ ਕੋਈ ਪ੍ਰੈਡੇਟਰ ਆ ਜਾਏਗਾ। ਫਿਰ ਉਸ ਤੋਂ ਬਾਅਦ ਉਸ ਤੋਂ ਨੈਕਸਟ ਆ ਜਾਏਗਾ ਕਰਦੇ ਇਸ ਤੇ ਚੇਨ ਚੱਲੀ ਜਾਂਦੀ ਸਾਰੀ। ਜੀਆਂ ਕਾ ਆਹਾਰ ਜੀ। ਇਸ ਜਾ ਕੇ ਪਤਾ ਲੱਗਦਾ ਹੈ ਕੁਛ ਵੀ ਜਿਹੜਾ ਗਲਤ ਨਹੀਂ ਹੈਗਾ, ਕੁਛ ਵੀ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਮਾੜਾ ਨਹੀਂ ਹੈਗਾ। ਜੇ ਅਸੀਂ ਦੇਖੀਏ ਟ੍ਰੋਪੀਕਲ ਵੈਦਰਸ ਤੇ ਜਿੱਥੇ ਹੈਗੇ ਨੇ, ਜਾਂ ਖਾਸ ਕਰਕੇ ਡਰਾਈ ਵੈਦਰਸ ਹੈਗੇ ਨੇ, ਤਾਂ ਤੁਸੀਂ ਦੇਖੋਗੇ ਸੱਪ ਆਮ ਹੋ ਜਾਂਦੇ ਨੇ ਬਹੁਤ ਸਾਰੇ। ਇੰਡੀਆ 'ਚ ਆਪਨੇ ਦੇਖਿਆ ਹੋਏਗਾ। ਪਰ ਉਹਨਾਂ ਦੀ ਜੇ ਹੋਂਦ ਨੂੰ ਦੇਖਿਆ ਜਾਏ ਤਾਂ ਰੀਜ਼ਨ ਕੀ ਹੈ? ਸਭ ਤੋਂ ਵੱਡਾ ਜਿਹੜਾ ਦੁਨੀਆ ਦੇ ਵਿੱਚ ਅੱਜ ਵੀ ਗ੍ਰੇਨ ਵੇਸਟੇਜ ਤੇ ਫੂਡ ਵੇਸਟੇਜ ਹੋ ਰਹੀ ਹੈ, ਨੁਕਸਾਨ ਹੋ ਰਿਹਾ ਚੂਹਿਆਂ ਕਰਕੇ। ਚੂਹਿਆਂ ਨੂੰ ਨੈਚੁਰਲੀ ਖਾਣ ਵਾਲੇ ਜੀਆਂ ਦੇ ਵਿੱਚ ਸਭ ਤੋਂ ਵੱਧ ਸੱਪ ਹੈ, ਉਹ ਖਾ ਰਿਹਾ ਲਗਾਤਾਰ। ਸੋ ਇੱਕ ਮਦਰ ਨੇਚਰ ਨੇ ਇੱਕ ਸਫਾਈ ਦਾ ਤਰੀਕਾ ਬਣਾਇਆ ਉਸ ਰੂਪ ਦੇ ਵਿੱਚ। ਜਿਵੇਂ ਸਾਡੇ ਆਮ ਕਰਕੇ ਐਗਜ਼ਾਮਪਲ ਇਹ ਕੀਤੀ ਜਾਂਦੀ ਹੈ ਕਿ ਫਲਾਣਾ ਬੰਦਾ ਉਹ ਨਹੀਂ ਉਹ ਤਾਂ ਬਹੁਤ ਮਾੜਾ ਹੈ, ਉਹ ਤਾਂ ਇੱਲ ਵਰਗੀ ਬਿਰਤੀ ਉਹਦੀ। ਇੱਲ ਨੂੰ, ਗਿੱਧ ਨੂੰ ਅਸੀਂ ਬਹੁਤ ਮਾੜੀ ਮੰਨਦੇ ਵੀ ਇਹ ਜਿਹੜਾ ਆ ਇੱਲ ਗਿੱਧ ਜਿਹੜੀ ਹੈ, ਨੋ ਕਿਉਂਕਿ ਇਹਦਾ ਮੈਟਾਫੋਰ ਇਸ ਤਰੀਕੇ ਨਾਲ ਹੈ ਕਿ ਇੱਲ ਮਰਿਆ ਹੋਇਆ ਜਾਨਵਰ ਖਾਂਦੀ ਹੈ, ਹੱਡੀ ਰੋੜੇ 'ਚ ਰਹਿੰਦੀ ਹੈ। ਅਤੇ ਕਹਿੰਦੇ ਜਦੋਂ ਇੱਲ ਅਸਮਾਨ 'ਤੇ ਉੱਡਦੀ ਹੈ, ਫੋਕਲੋਰ 'ਚ ਮਿੱਥ ਦੇ ਤੌਰ 'ਤੇ ਗੱਲਾਂ ਮੰਨੀਆਂ ਗਈਆਂ ਨੇ,
ਉਹ ਪਿੰਡਾਂ ਦੇ ਪਿੰਡ ਦੇਖਦੀ ਹੈ, ਪਸ਼ੂ ਦੇਖਦੀ ਹੈ, ਜਾਨਵਰ ਦੇਖਦੀ ਹੈ, ਤਾਂ ਇੱਕੋ ਹੀ ਪ੍ਰੇਅਰ ਕਰੀ ਜਾਂਦੀ ਹੈ, ਬਸ ਛੇਤੀ ਕੋਈ ਮਰ ਜੇ ਡੰਗਰ, ਛੇਤੀ ਕੋਈ ਬੰਦਾ ਮਰ ਜੇ ਕਿ ਮੈਂ ਖਾ ਸਕਾਂ ਉਹਨੂੰ ਜਾ ਕੇ, ਬਿਕੋਜ਼ ਦੈਟ ਵੁੱਡ ਬੀ ਮਾਈ ਫੂਡ। ਇਸ ਰੂਪ ਦੇ ਵਿੱਚ ਚਲੋ ਇਹ ਤਾਂ ਅਸੀਂ ਆਪਣੇ ਫੋਕਲੋਰ ਵਿੱਚ ਜਾਂ ਆਪਣੇ ਮੈਟਾਫੋਰ ਦੇ ਵਿੱਚ ਪਾ ਲਿਆ, ਪਰ ਜੇ ਦੇਖਿਆ ਜਾਏ ਜਿਵੇਂ ਅੱਜ ਕੱਲ੍ਹ ਕਿਹਾ ਗਿਆ ਕਿ ਉੱਥੇ ਪੰਜਾਬ ਜਾਂ ਪੂਰੇ ਉਸੇ ਨਾਰਦਰਨ ਸਾਊਥ ਏਸ਼ੀਅਨ ਜ਼ੋਨ ਦੇ ਵਿੱਚ ਇੱਲਾਂ ਖਤਮ ਹੋ ਗਈਆਂ, ਗਿੱਧਾਂ ਖਤਮ ਹੋ ਗਈਆਂ। ਜਿਹੜੇ ਹੁਣ ਉਹ ਇੱਲਾਂ ਅਤੇ ਗਿੱਧਾਂ ਖਤਮ ਹੋ ਗਈਆਂ ਉੱਥੇ, ਉਹਦੇ ਬਾਰੇ ਲੋਕਾਂ ਨੇ ਬੜੀਆਂ ਥਿਊਰੀਜ਼ ਬਣਾਈਆਂ ਜੀ, ਅਮਰੀਕਾ ਲੈ ਆਇਆ, ਫਲਾਣਾ ਲੈ ਗਿਆ, ਤੁਸੀਂ ਸ਼ਾਇਦ ਸੁਣਿਆ ਹੋਇਆ ਇਸ ਕਿਸਮ ਦੇ ਨਾਲ ਕਈ ਵਾਰੀ ਚੀਜ਼ਾਂ ਹੁੰਦੀਆਂ ਨੇ। ਇਹਦੇ ਬਾਰੇ ਬੜੀ ਫਿਰ ਡੀਪ ਲੈਵਲ 'ਤੇ ਸਟੱਡੀ ਵੀ ਕੀਤੀ ਕੁਝ ਇੱਥੋਂ ਦੇ ਜਿਹੜੇ ਹੈਗੇ ਵਾਈਲਡ ਲਾਈਫ ਲਵਰਸ ਲੋਕ ਹੈਗੇ ਨੇ, ਐਕਟੀਵਿਸਟ ਹੈਗੇ ਨੇ, ਉਹਨਾਂ ਨੇ ਮੁੜ ਕੇ ਪਤਾ ਲੱਗਾ ਜਿਹੜਾ ਅਸੀਂ ਆਪਣੇ ਪਸ਼ੂਆਂ ਨੂੰ ਫੂਡ ਪਾ ਰਹੇ ਹਾਂ, ਐਕਚੁਅਲੀ ਐਵੇਂ ਨਹੀਂ ਉੱਥੇ ਇੰਨਾ ਕੈਂਸਰ ਫੈਲ ਰਿਹਾ, ਮੈਂਟਲ ਹੈਲਥ ਦੇ ਇੰਨੇ ਇਸ਼ੂਜ਼ ਨੇ, ਸੁਸਾਈਡਲ ਰੇਟ ਕਿਸ ਹਾਇਰ ਲੈਵਲ 'ਤੇ ਆ ਗਿਆ ਆ, ਸੁਸਾਇਟੀ ਗਰਕ ਹੋਣ ਵਾਲੇ ਪਾਸੇ ਵੱਧ ਰਹੀ ਹੈ। ਸਾਰਾ ਕੁਛ ਉਹ ਜਿਹੜੀ ਸੀ ਸਾਰੀ ਨੈਚੁਰਲ ਫੂਡ ਚੇਨ ਤੋੜੀ ਹੈ। ਪਸ਼ੂਆਂ ਨੂੰ ਜੋ ਸੀ ਸਭ ਤੋਂ ਜਿਹੜੀਆਂ ਚੀਜ਼ਾਂ ਅਸੀਂ ਫੀਡ ਕਰ ਰਹੇ ਹਾਂ, ਉਹਦੇ ਵਿੱਚ ਜਿਹੜਾ ਗਾਵਾਂ ਮੱਝਾਂ ਦਾ ਦੁੱਧ ਉਤਾਰਨ ਵਾਸਤੇ ਇੱਕ ਟੀਕਾ ਲਗਾਇਆ ਜਾਂਦਾ ਸਪੈਸੀਫਿਕਲੀ, ਉਹਦਾ ਸਪੈਸ਼ਲ ਇੰਜੈਕਸ਼ਨ ਦਿੱਤਾ ਜਾਂਦਾ। ਉਸ ਇੰਜੈਕਸ਼ਨ ਦੇ ਇਤਨਾ ਜ਼ਬਰਦਸਤ ਪੋਇਜ਼ਨ ਆ, ਲਗਾਤਾਰ ਜਿਹੜਾ ਪਸ਼ੂ ਆ ਉਹਦੇ ਜਿਹੜੇ ਔਰਗਨਸ ਹੈਗੇ ਨੇ, ਖਾਸ ਕਰਕੇ ਉਹਦੀਆਂ ਕਿਡਨੀਆਂ, ਉਹਨੂੰ ਕੈਰੀ ਕਰੀ ਜਾਂਦੀਆਂ ਨੇ। ਜਦੋਂ ਕਿਤੇ ਉਹ ਪਸ਼ੂ ਮਰਦਾ ਹੈ ਤਾਂ ਇੱਲਾਂ ਉਹਨੂੰ ਗਿੱਧਾਂ ਖਾਂਦੀਆਂ। ਉਹਨਾਂ ਨੂੰ ਪਤਾ ਲੱਗਾ ਜਿਹੜੀਆਂ ਇੱਲਾਂ ਸਭ ਤੋਂ ਜ਼ਿਆਦਾ ਅੰਦਰਲੇ ਔਰਗਨਸ ਖਾਂਦੀਆਂ, ਉਹ ਸਭ ਤੋਂ ਪਹਿਲਾਂ ਮਰਦੀਆਂ। ਉਹ ਇਸ ਤਰੀਕੇ ਨਾਲ ਪਤਾ ਕਰਦੇ ਪਤਾ ਲੱਗਾ ਕਿ ਉਹ ਸਾਰੀਆਂ ਇੱਲਾਂ ਜਿਹੜੀਆਂ ਨੇ ਉਹ ਪਸ਼ੂਆਂ ਨੂੰ ਪਈਆਂ ਹੋਈਆਂ ਬਿਮਾਰੀਆਂ ਜਦੋਂ ਉਹਨਾਂ 'ਚ ਗਈਆਂ ਤਾਂ ਉਹ ਸਰਵਾਈਵ ਨਾ ਕਰ ਸਕੀਆਂ। ਕਿਉਂਕਿ ਹਾਲਾਂਕਿ ਕੁਦਰਤ ਦਾ ਇੱਕ ਨਿਯਮ ਇਹ ਵੀ ਹੈਗਾ ਕਿ ਜਿਹੜੀ ਅਡਾਪਟੇਸ਼ਨ ਹੈਗਾ, ਮੈਂ ਅੱਜ ਹੀ CBC 'ਤੇ ਕੁਛ ਚੀਜ਼ਾਂ ਦੇਖ ਰਿਹਾ ਸੀਗਾ ਤਾਂ ਉਹਦੇ 'ਚ ਪਤਾ ਲੱਗਾ ਕਿ ਸਾਡੇ ਨਾਰਦਰਨ ਜਿਹੜਾ ਨਾਰਦਰਨ ਏਰੀਆ ਹੈਗਾ, ਨਾਰਥ ਪੋਲ ਦੇ ਨੇੜੇ ਇੱਥੇ, ਕਿਉਂਕਿ ਵੈਦਰ ਇੱਕਦਮ ਚੇਂਜ ਹੋ ਰਿਹਾ ਅਤੇ ਉੱਥੇ ਜਾਨਵਰ ਕੁਦਰਤ ਦੇ ਸਾਰਾ ਬਣਾਏ ਨਿਯਮ ਦੇ ਵਿੱਚ ਉਹਨਾਂ ਦੀ ਅਡਾਪਟੇਸ਼ਨ ਹੋ ਰਹੀ ਹੈ ਬਦਲਦੇ ਵੈਦਰ ਦੇ ਨਾਲ। ਹਾਲਾਂਕਿ ਜਿਸ ਤਰੀਕੇ ਦਾ ਵੈਦਰ ਚੇਂਜ ਹੋ ਰਿਹਾ ਉਹ ਸ਼ਾਇਦ ਉਹ 'ਚ ਸਰਵਾਈਵ ਨਾ ਕਰ ਸਕਣ, ਪਰ ਮਦਰ ਨੇਚਰ ਉਹਨਾਂ 'ਚ ਕੁਝ ਚੇਂਜਸ ਲਿਆ ਰਹੀ, ਅਡਾਪਟੇਸ਼ਨ ਹੋ ਰਹੀ ਨਾਲ ਦੇ ਨਾਲ। ਪਰ ਜੇ ਇੱਕ ਬੜੀ ਸਪੀਡ ਨਾਲ ਉਹ ਚੀਜ਼ਾਂ ਹੋ ਜਾਣ ਤੇ ਫਿਰ ਸ਼ਾਇਦ ਉਹ ਜੀਵ ਜਿਹੜੇ ਨੇ ਅਡਾਪਟ ਨਾ ਕਰ ਸਕਣ, ਕਿਉਂਕਿ ਇਹ ਕੈਮੀਕਲ ਇੰਟਰਵੈਂਸ਼ਨ ਸੀਗੀ ਤੇ ਹੈ ਇਤਨੀ ਜ਼ਿਆਦਾ ਫਾਸਟ ਸੀਗੀ, ਕਿਉਂਕਿ ਵੱਡੇ ਲੈਵਲ 'ਤੇ ਜਾਨਵਰ ਮਰ ਰਹੇ ਸੀ ਤੇ ਉਹ ਖਾ ਰਹੀਆਂ ਸੀਗੀਆਂ, ਤੇ ਫਿਰ ਉਹਦੇ ਨਾਲ ਕੈਰੀ ਔਨ ਨਹੀਂ ਕਰ ਸਕੀਆਂ ਤੇ ਉਹ ਵੱਡਾ ਹਿੱਸਾ ਮਰ ਗਿਆ। ਅੱਜ ਹੁਣ ਉੱਥੇ ਉਸ ਸਫਾਈ ਦੇ ਸਿਸਟਮ ਲਈ ਕੀ ਹੈਗਾ, ਹੋਰ ਤਾਂ ਕੁਛ ਹੈ ਨਹੀਂਗਾ। ਉੱਥੇ ਹੁਣ ਜ਼ਿਆਦਾਤਰ ਉਹਨਾਂ ਜਾਨਵਰਾਂ ਨੂੰ, ਮਰੇ ਹੋਇਆਂ ਨੂੰ ਕੁੱਤੇ ਖਾਂਦੇ ਨੇ। ਤੇ ਕੁੱਤਾ ਜਿਹੜਾ ਆ ਜੇ ਲਗਾਤਾਰ ਇਤਨਾ ਮਾਸ ਖਾਏਗਾ, ਹਾਲਾਂਕਿ ਉਹ ਮਾਸ ਖਾ ਸਕਦਾ ਪਰ ਇਤਨਾ ਮਾਸ ਕੱਚਾ ਲਗਾਤਾਰ ਖਾਏਗਾ, ਉਹਦੇ ਅੰਦਰ ਮਾਸ ਖਾਣ ਦੀ ਜਿਹੜੀ ਬਿਰਤੀ ਉਹ ਵੱਧ ਜਾਏਗੀ ਤੇ ਉਹਦੇ ਕਰਕੇ ਕਿਤਨਾ ਨੁਕਸਾਨ ਕਰਦੇ, ਬੱਚਿਆਂ ਨੂੰ ਪੈ ਜਾਂਦੇ, ਬੰਦਿਆਂ ਨੂੰ। ਲੋਕ ਹੱਡੀ ਰੋੜੇ ਵਾਲੇ ਪਾਸੇ ਜਦੋਂ ਮਰੇ ਡੰਗਰ ਸੱਟੇ ਜਾਂਦੇ, ਪੀਪਲ ਇਵਨ ਡੋਂਟ ਵਾਂਟ ਟੂ ਗੋ ਦੈਟ ਸਾਈਡ ਐਟ ਆਲ, ਬਿਕੋਜ਼ ਇਹ ਬੜਾ ਵੱਡਾ ਸੁਸਾਇਟੀ ਲਈ ਉੱਥੇ ਖਤਰਾ ਬਣ ਗਿਆ ਉਸ ਰੂਪ ਦੇ ਵਿੱਚ। ਪਰ ਆਪ ਦੇਖੋ ਤੁਸੀਂ ਕਿ ਜਿਸ ਚੀਜ਼ ਨੂੰ ਕਿਹਾ ਗਿਆ ਕਿ ਇਹ ਕਿੱਡੀ ਮਾੜੀ ਆ, ਪਰ ਉਹ ਕਿੱਡਾ ਵੱਡਾ ਕੰਟਰੀਬਿਊਟ ਕਰ ਰਹੀ ਹੈ ਧਰਤੀ ਦੇ ਉੱਤੇ। ਇੱਕ ਨੈਚੁਰਲ ਸਫਾਈ ਦਾ ਸਿਸਟਮ ਇੱਲਾਂ ਗਿੱਧਾਂ ਚਲਾ ਰਹੀਆਂ ਸੀ ਉਸ ਤਰੀਕੇ ਨਾਲ। ਇਹ ਕੁਦਰਤ ਦੇ ਹਰ ਚੀਜ਼ 'ਚ ਇਹ ਚੀਜ਼ ਪਈ ਹੈ। ਸੋ ਕੋਈ ਵੀ ਚੀਜ਼ ਸਾਡੀ ਦੁਸ਼ਮਣ ਨਹੀਂ, ਕੁਦਰਤ ਦੇ 'ਚ ਸਜਨ ਆ। ਉਹ ਸਾਨੂੰ ਕੁਝ ਸਿਖਾ ਰਹੀ ਹੈ, ਸਾਨੂੰ ਕੁਝ ਦੱਸ ਰਹੀ ਹੈ, ਸਾਨੂੰ ਕੁਝ ਦੇ ਰਹੀ ਹੈ ਉਸ ਰੂਪ ਦੇ ਵਿੱਚ। ਇਸੇ ਲਈ ਸਿੱਖੀ ਆਸ਼ੇ ਦੇ ਵਿੱਚ ਬੰਦਾ ਕਹੇਗਾ ਇੱਕ ਪਾਸੇ ਤਾਂ ਗੁਰੂ ਸਾਹਿਬ ਲੜਦੇ ਸੀ ਮੁਗਲਾਂ ਦੇ ਨਾਲ, ਪਹਾੜੀਆਂ ਦੇ ਨਾਲ, ਜ਼ੁਲਮ ਜ਼ਾਲਮਾਂ ਦੇ ਨਾਲ, ਦੂਜੇ ਪਾਸੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੇ ਸੀ, ਫਿਰ ਉਹ ਵੀ ਤਾਂ ਸਰਬੱਤ 'ਚ ਹੀ ਆ ਜਾਂਦੇ ਨੇ। ਉਹਨਾਂ ਦੀ ਜਿਹੜੀ ਹੈਗੀ ਹੈ, ਉਹਨਾਂ ਦੀ ਵੈਲਬੀਂਗ ਵਾਸਤੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਚੀਜ਼ ਪ੍ਰੇਅਰ ਕਰ ਦੇਣੀ। ਭਾਈ ਗੱਲ ਇਹ ਹੈ, ਸਾਰਾ ਸੰਸਾਰ ਹੀ ਸਜਨ ਹੈ। ਬੰਦੇ ਤੋਂ ਬਦਲੇ ਲੈਣ ਦੀ ਬਜਾਏ ਬੰਦੇ ਨੂੰ ਬਦਲਣ 'ਤੇ ਜ਼ੋਰ ਦੇਣ ਦੀ ਜ਼ਿਆਦਾ ਲੋੜ ਹੈ। ਜਿਹੜਾ ਬੰਦਾ ਇਹ ਸੋਚਦਾ ਹੈ ਨਾ ਕਿ ਮੈਂ ਬਦਲੇ 'ਚ ਰਹਿਣਾ, ਭਾਈ ਬਦਲੇ 'ਚ ਨਾ ਜੀ, ਲੋਕਾਂ ਨੂੰ ਬਦਲਣ ਵਿੱਚ ਜੀ, ਇਹ ਜ਼ਿਆਦਾ ਹੈ। ਇਹ ਸਿੱਖੀ ਦਾ ਕੌਨਸੈਪਟ ਜਿਹੜਾ ਆ, ਇੱਥੇ ਫਿਰ ਰਿਵੈਂਜ ਨਹੀਂ ਗਾ, ਇੱਥੇ ਰਿਫੋਰਮੈਂਸ ਆ ਜਾਂਦੀ ਹੈ। ਇੱਥੇ ਬੰਦਾ ਰਿਫੋਰਮ ਕਰਦਾ ਹੈ, ਚੀਜ਼ਾਂ ਨੂੰ ਤਬਦੀਲ ਕਰਦਾ ਹੈ, ਟਰਾਂਸਫਰਮੇਸ਼ਨ ਵਿੱਚ ਆ ਜਾਂਦਾ ਹੈ। ਸਾਹਿਬ ਕਹਿ ਰਹੇ ਨੇ ਇੱਥੇ ਕਿ ਤੂੰ ਇਸ ਕਿਸਮ ਦਾ ਵਾਸੁਲਾ ਬਣਨਾ ਹੈ ਜਿਹਦੇ ਵਿੱਚ ਜੇ ਗੁਣ ਹੋਵਣ ਸਾਜਨਾ, ਤੇ ਗੁਣ ਤੇ ਹਰ ਚੀਜ਼ 'ਚ ਮੌਜੂਦ ਨੇ। ਉਹਨਾਂ ਜਿਹੜੇ ਗੁਣ ਨੇ ਮਿਲ ਸਾਂਝ ਕਰੀ ਜਾਏ, ਉਹਨਾਂ ਨਾਲ ਮਿਲਣ ਦੀ, ਉਹਨਾਂ ਨਾਲ ਸਾਂਝ ਕਰਨੀ ਹੈ। ਤੂੰ ਗੁਣ ਗ੍ਰਹਿਣ ਕਰਨੇ ਨੇ, ਉਹਨਾਂ 'ਚੋਂ ਉਹ ਚੀਜ਼ ਪਿਕ ਕਰਨੀ ਹੈ। ਸਾਂਝ ਕਰੀ ਜਾਏ ਗੁਣਹਿ ਕਰੀ ਛੋੜ ਅਵਗਣ ਚੱਲੀ ਹੈ। ਦੇਖੋ
फिर साडा गुरबाणी का असीं पढ़ते हैं, गुरबाणी नाल रिलेटेड लिटरेचर पढ़ते हैं। भाई गुरदास जी दे कदों पते कह देना, वो जिक्र करते कहते कि कई बार तुसीं देखिया होए, बड़ी सोहनी मिसाल दित्ती। वो कहते अस्थन पान करबे को जो लगाइया चौंक, पीवत न पे ले लहू अचले आघात है। वो कहते तुसीं देखियो कि आपने शायद पिंडां थावां ते पशु वगैरह देखे होणगे, मज्जां गावां, तो उन्होंने दुध देंदे पशु, तो उन्होंने लोग दुध उन्होंने यूज़ करते, उन्होंने चोंदे मिल्किंग करनी। भाई साहब कहते कि लोग विटनैस करते कि एक पशु है, वो 8-10 लीटर दुध है, किसान जिहड़ा आ वो 8-10 लीटर दुध रोज़ उस दुध पशु को लैके जाता। किसी ने कहा कि इहदे कोल इतना दुध आ, तो उस ही पशु नूं एक छोटी जी जोंक चिच्चड़ लगा आ, वो लगा आ उसदी गर्दन दे कोल। वो कि ये गंदा लहू पी भी जा रहा है, आप क्यों नहीं एक काम करते, ये भी बेचारा दुध पी लेगा, सो लैट्स इनू भी एक्सैस नहीं होना दुध का, क्योंकि धौन घोलिया, धौन तो उतार के उन्होंने निप्पस दे नाल हवाने नाल लगा दिता भी हुण ते दुध पीएगा ना, आखिरकार एक्सैस मिल गया हुण दुध का। भाई गुरदास जी कहते ये करन दे बावजूद भी अस्थन पान करबे को जो लगाइए जौंक, उहदे नेड़े लगा दिओ, ताकि ये इन्हां दे चों आ रहे मिल्क नूं जिहड़ा हैगा उहदा सेवन कर सके। कहण लगे पीवत न पे, ये जिहड़ा पे असल पीण वाली चीज़ है, असल जिहड़ा चिट्टे रंग का दुध आ, ये नहीं पींदा। पीवत न पे ले लहू अचले आघात है, बल्कि उत्थे भी उस हवाने नाल लगा होया भी वो खून दीयां नसां लभदा आ, वो उहदे चों दुध नहीं पींदा। जे बंदे दी बिरती ऐसी होए ना, उन्होंने तुसीं जिथे मर्जी लै जाओ, जो बिरती ही माड़ी है वो अवगुण लभेगा। अपनी बिरती के मारे हुए लोग माफ़ी चाहांगा, गुरुद्वारा साहब भी आ जान, इत्थे भी कहणगे आले दुआले लै की है, आ कमी है, आ कमी है, आ कमी है, खामियां लभी जाणगे। बंदे ने जिस जगह ते मर्जी लै जाओ। इनू इस तरह भी बयान किया गया कि पूरा फ्लोर संगे मरमर का बना दो तुसीं, चमकदा लिशकदा, उहदे उत्ते एक छोटी जी कीड़ी छड्ड दिओ, की होएगा, वो कीड़ी सारे लिशकदे चमकदे फ्लोर नूं छड्ड के एक छोटे जे सुराख नूं जाके लभेगी। सो ये बंदे दी अलामत आ, हालत आ। तो लॉ ऑफ अट्रैक्शन के अकॉर्डिंगली ये बात समझाई गई, जिस चीज़ तो तुसी बहुत अट्रैक्ट होंदे हो, अल्टीमेटली उहो जे तुसी बन जाते हो। जे लगातार अवगुण ही लभोगे, अवगुणां दे उत्ते अटेंशन पे करोगे, तुसी देखोगे कि दिन तुहाडे अंदर सारे अवगुण आ जाणगे। You can actually, you can see that you are carrying all these actually weaknesses, all these flaws, all these actually bad deeds all the time. Psychology ਦੇ ਵਿੱਚ ਤੇ ਬੜੀ ਰਿਸਰਚ ਆਈ ਹੈ, ਤੇ ਬੜੀ ਲੰਬੀ ਚੌੜੀ। ਤੁਸੀਂ ਕਿਸੇ ਬੰਦੇ ਨਾਲ ਸਾਂਝ ਪਾਉਂਦੇ ਹੋ ਤੇ ਥੋੜੇ ਦਿਨਾਂ ਬਾਅਦ ਪਤਾ ਲੱਗਦਾ ਹੈ ਉਹ ਬੰਦਾ ਤੇ ਬੜਾ ਮੀਨ ਹੈ, ਬੜਾ ਗਰੀਡੀ ਹੈ, ਠੀਕ ਹੈ ਜੀ, ਤੁਸੀਂ ਸਾਂਝ ਤੋੜ ਦਿੱਤੀ, ਫਿਰ ਇੱਕ ਹੋਰ ਨਾ ਬਣਾਈ, ਫਿਰ ਪਤਾ ਲੱਗਾ ਉਹ ਵੀ ਮੀਨ ਹੈ, ਉਹ ਵੀ ਗਰੀਡੀ ਹੈ, ਫਿਰ ਇੱਕ ਹੋਰ ਨਾ ਬਣਾਈ। ਉਹ ਕਹਿੰਦੇ ਜਦੋਂ 4-5 ਜਗ੍ਹਾ ਤੇ ਐਵੇਂ ਕੀਤਾ ਨਾ, ਤੇ ਚੇਤੇ ਰੱਖਿਆ ਜੇ ਤੁਸੀਂ ਸ਼ਾਇਦ ਗਲਤ ਹੋਵੋ, ਦੂਜੇ ਲੋਕ ਸਾਰੇ ਮੀਨ ਤੇ ਗਰੀਡੀ ਨਾ ਹੋਣ, ਤੁਸੀਂ ਹੋਵੋ। ਸੋ ਪੇ ਅਟੈਂਸ਼ਨ ਟੂ ਵਰਡ ਯੋਰਸੈਲਫ, ਕਿਉਂਕਿ ਤੂੰ ਪਿੱਕੀ ਉਹ ਚੀਜ਼ਾਂ ਕਰਨ ਲੱਗ ਗਿਆ ਹੈ, ਤੇਰੇ ਅੰਦਰ ਉਹ ਸਾਰੀ ਚੀਜ਼ ਉਸ ਲੈਵਲ ਤੇ ਆ ਗਈ ਹੈ। ਸੋ ਬੰਦੇ ਨੇ ਆਪਣੀ ਸੈਲਫ ਬੈਟਰਮੈਂਟ ਤੇ ਕੰਮ ਕਰਨਾ ਹੈ। ਜਦੋਂ ਸੈਲਫ ਬੈਟਰਮੈਂਟ ਤੇ ਕੰਮ ਕਰਨਾ ਹੈ, ਫਿਰ ਸਾਨੂੰ ਔਗਣ ਛੱਡਣੇ ਪੈਣਗੇ, ਆਪਣੇ ਵੀ ਤੇ ਦੂਜਿਆਂ ਦੇ। ਜੇ ਉਹਨਾਂ ਨੂੰ ਬਹੁਤ ਜ਼ਿਆਦਾ ਅਟੈਂਸ਼ਨ ਪੇ ਕਰਾਂਗੇ ਤੇ ਉਹ ਵਧਣੇ ਸ਼ੁਰੂ ਹੋ ਜਾਣਗੇ। ਮੈਂ ਸ਼ਾਇਦ ਆਪ ਜੀ ਨਾਲ ਬਾਤ ਕੀਤੀ ਹੋਏ ਤੇ, ਕਿਉਂਕਿ ਜਿਹੜਾ ਸਾਂਝ ਕਰੀ ਜਾਏ ਗੁਨਾਹ ਕਰੀ ਛੋੜ ਅਵਗਣ ਚੱਲੀ ਹੈ, ਇਹ ਕਲਾਸ ਚੱਲ ਰਹੀ ਹੈ। ਤੇ ਐਕਚੁਅਲੀ ਕਲਾਸ ਦਾ ਪਹਿਲਾ ਦਿਨ ਹੈ ਤੇ ਰਿਫਰੈਸ਼ਮੈਂਟ ਕੋਰਸ ਹੈ, ਕੋਈ ਜਿਹੜੇ ਬੜੇ ਮੈਂਟਲ ਹੈਲਥ ਥੈਰੇਪੀਜ਼ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦਾ। ਤੇ ਜਿਹੜਾ ਉਹਨਾਂ ਦਾ ਉਸ ਦਿਨ ਜਿਹੜਾ ਫੈਸਿਲੀਟੇਟ ਕਰ ਰਿਹਾ, ਉਹਨੂੰ ਫੈਸਿਲੀਟੇਟਰ ਹੈਗਾ, ਜਿਹੜਾ ਇੰਸਟਰਕਟਰ ਹੈਗਾ ਪ੍ਰੋਫੈਸਰ, ਉਹ ਇੱਕ ਬਹੁਤ ਸਕਾਲਰ, ਬੜਾ ਵੈਟਰਨ ਪ੍ਰੋਫੈਸਰ ਹੈਗਾ ਮੈਂਟਲ ਹੈਲਥ ਦਾ। ਤੇ ਉਹ ਉੱਥੇ ਬੈਠਾ ਆਪਣਾ ਲੈਪਟਾਪ ਤਿਆਰ ਕਰ ਰਿਹਾ ਪ੍ਰੋਜੈਕਟਰ 'ਤੇ ਆਪਣੀ ਸਾਰੀ ਜਿਹੜੀ ਹੈ ਪ੍ਰੈਜੈਂਟੇਸ਼ਨ ਕਰਨ ਵਾਸਤੇ। ਲੋਕ ਆ ਕੇ ਆਪਣੀਆਂ ਚੇਅਰਾਂ 'ਤੇ ਬੈਠ ਰਹੇ ਨੇ ਸਾਰੇ। ਮੀਨਵਾਈਲ ਜੇ ਕੋਈ ਉਹਦੇ ਵੱਲ ਥੋੜ੍ਹਾ ਜਿਹਾ ਧਿਆਨ ਦਿੰਦਾ ਤਾਂ ਕੀ ਦੇਖਦਾ ਹੈ ਕਿ ਉਹ ਥੋੜ੍ਹੀ ਕੁ ਦੇਰ ਬਾਅਦ ਕਦੀ ਆਪਣਾ ਮੂੰਹ ਇੱਧਰ ਨੂੰ ਵਿੰਗਾ ਜਿਹਾ ਕਰਕੇ ਐਵੇਂ ਕਰ ਲੈਂਦਾ, ਕਦੀ ਥੋੜ੍ਹੀ ਕੁ ਦੇਰ ਬਾਅਦ ਆਪਣਾ ਹੱਥ ਐਵੇਂ ਕਰ ਲੈਂਦਾ ਇਸ ਤਰੀਕੇ ਦੇ ਨਾਲ।
कदी ਉਹਦੀ ਲੱਤ ਸੱਜੇ ਇਸ ਤਰੀਕੇ ਨਾਲ ਤੁਰ ਜਾਂਦੀ, ਕਦੀ ਇਸ ਤਰੀਕੇ ਨਾਲ। ਉਹ ਇੱਕ ਬੜੀ ਜਿਹੜਾ ਹੈਗਾ ਕਿਹਾ ਜਾਏ ਕਿ ਬੜੇ ਸਟੱਡੀ ਅਤੇ ਸਟੇਬਲ ਵੇ ਨਾਲ ਨਹੀਂ ਬੈਠ ਰਿਹਾ। ਇਹ ਚੀਜ਼ ਕੋਈ ਈਜ਼ੀਲੀ ਨੋਟਿਸ ਕਰ ਸਕਦਾ। ਖੈਰ ਉਹਨੇ ਕਲਾਸ ਸ਼ੁਰੂ ਕੀਤੀ ਅਤੇ ਸ਼ੁਰੂ ਕਰਨ ਤੋਂ ਬਾਅਦ ਕਹਿੰਦਾ ਵੀ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹਾਂਗਾ, ਤੁਸੀਂ ਨੋਟਿਸ ਕਰ ਹੀ ਲਈ ਹੋਣੀ ਹੈ ਕਿ ਮੈਂ ਕਦੀ ਹੱਥ ਇੱਧਰ ਕਰ ਦੇਣਾ, ਕਦੀ ਮੂੰਹ ਮੇਰਾ ਵਿੰਗਾ ਹੋ ਜਾਂਦਾ, ਇਸ ਤਰੀਕੇ ਨਾਲ ਸਭ। ਕਹਿੰਦੇ ਗੱਲ ਇਹ ਹੈ ਕਿ ਮੈਂ ਸ਼ੁਰੂ ਤੋਂ ਐਵੇਂ ਨਹੀਂ ਸੀਗਾ, ਥੋੜ੍ਹਾ ਸਮਾਂ ਹੋਇਆ ਮੇਰੀ ਇਸ ਬਾਡੀ ਦੇ ਵਿੱਚ ਕੋਈ ਸ਼ਖਸ ਹੋਰ ਰਹਿਣ ਵਾਸਤੇ ਆ ਗਿਆ, ਅਤੇ ਜਿਹੜਾ ਉਹ ਸ਼ਖਸ ਆ ਉਹ ਕੌਣ ਆ? ਉਹ ਹੈ ਪਾਰਕਿੰਸਨ ਡਿਜ਼ੀਜ਼। ਮੈਨੂੰ ਐਕਚੁਅਲੀ ਡਾਕਟਰ ਨੇ ਉਹ ਡਾਇਗਨੋਸ ਕਰ ਦਿੱਤੀ, ਅਤੇ ਮੈਂ ਬਿਲਕੁਲ ਖੁਸ਼ ਨਹੀਂ ਸੀਗਾ ਜਦੋਂ ਇਹ ਹੋਈ। ਮੈਂ ਬੜਾ ਦੁਖੀ ਹੋਇਆ, ਬੜਾ ਔਖਾ ਸੀਗਾ। ਫਿਰ ਕਹਿੰਦੇ ਗੱਲ ਇਹ ਹੋਈ ਕਿ ਮੈਂ ਕਿਹਾ ਵੀ ਹੁਣ ਰਹਿਣਾ ਤਾਂ ਦੋਨਾਂ ਨੇ ਇਕੱਠਿਆਂ ਹੀ ਹੈ, ਮੈਂ ਵੀ ਇਹਦੇ ਵਿੱਚ ਰਹਿਣਾ, ਅਤੇ ਨਵਾਂ ਜਿਹੜਾ ਮਹਿਮਾਨ ਅਨਵਾਂਟਿਡ ਗੈਸਟ ਹੀ ਹੈ ਭਾਵੇਂ, ਬਟ ਰਹਿਣਾ ਤਾਂ ਮੇਰੇ ਨਾਲ ਇਹਨੇ ਹੁਣ। ਕਹਿੰਦੇ ਫਿਰ ਹੋਇਆ ਇਹ ਕਿ ਮੈਂ ਇਹਦੇ ਨਾਲ ਫਿਰ ਗੱਲ ਕੀਤੀ। ਮੈਂ ਕਿਹਾ ਵੀ ਗੱਲ ਇਹ ਹੈ ਕਿ ਆਪਾਂ ਦੋਨਾਂ ਨੇ ਇਕੱਠੇ ਰਹਿਣਾ, ਜੇ ਇਕੱਠੇ ਰਹਿਣਾ ਤਾਂ ਫਿਰ ਆਪਾਂ ਕੋਆਰਡੀਨੇਸ਼ਨ ਕਰਕੇ ਰਹੀਏ, ਤਾਂ ਕਿ ਨਾ ਤੂੰ ਤੰਗ ਹੋਏ ਨਾ ਮੈਂ ਤੰਗ ਹੋਵਾਂ। ਤੂੰ ਕਹਿੰਦੇ ਫਿਰ ਇਹ ਨਾ ਮੇਰੇ ਨਾਲ ਮੇਰੀ ਇਸ ਡਿਜ਼ੀਜ਼ ਨੇ ਗੱਲ ਕੀਤੀ, ਕਹਿਣ ਲੱਗੀ ਵੀ ਪਹਿਲੀ ਗੱਲ ਤਾਂ ਮੈਨੂੰ ਇਹਦਾ ਨਾਮ ਨਹੀਂ ਚੰਗਾ ਲੱਗਦਾ, ਪਾਰਕਿੰਸਨ, ਸੋ ਆਈ ਡੋਂਟ ਲਾਈਕ ਇਟ। ਉਹ ਕਹਿੰਦੇ ਠੀਕ ਹੈ, ਫਿਰ ਕੀ ਕੀਤਾ ਜਾਏ? ਕਹਿੰਦੇ ਮੈਂ ਉਹਦਾ ਫਿਰ ਨਾਮ ਚੇਂਜ ਕਰ ਦਿੱਤਾ। ਮੈਂ ਉਹਨੂੰ ਫਿਰ ਨਾਂ ਦੇ ਦਿੱਤਾ ਸਨ ਆਫ ਪਾਰਕਿਨ। ਸੋ ਇਟਸ ਅ ਵੈਰੀ ਨੋਟੀ ਕਿਡ ਵਿਚ ਇਜ਼ ਲਿਵਿੰਗ ਇਨ ਦਿਸ ਐਕਚੁਅਲੀ ਸਟਰਕਚਰ। ਹੀ ਇਜ਼ ਏ ਸਨ ਆਫ ਪਾਰਕਿਨ, ਇਹ ਪਾਰਕਿਨ ਦਾ ਬੇਟਾ ਆ, ਅਤੇ ਇਹ ਨੋਟੀ ਬਹੁਤ ਆ, ਅਤੇ ਇਹ ਅਟੈਂਸ਼ਨ ਬਾਏ ਕਰਨੀ ਚਾਹੁੰਦਾ ਤੁਹਾਡੀ। ਆਪਾਂ ਨੇ 2 ਦਿਨ ਇਕੱਠੇ ਇੱਥੇ ਕੰਮ ਕਰਨਾ। ਜੇ ਤਾਂ ਤੁਸੀਂ ਅਟੈਂਸ਼ਨ ਇਸ ਸਨ ਆਫ ਪਾਰਕਿਨ ਨੂੰ ਜਿਹੜਾ ਹੈਗਾ ਇਹਨੂੰ ਪੇ ਕਰੋਗੇ, ਤੇ ਫਿਰ ਤੁਸੀਂ ਮੇਰੇ ਨਾਲ ਗੱਲ ਨਹੀਂ ਕਰ ਸਕੋਗੇ, ਨਾ ਮੇਰੇ ਤੋਂ ਕੁਝ ਲਰਨ ਕਰ ਸਕੋਗੇ। ਇਹਨੇ ਥੋੜ੍ਹੀ ਦੇਰ ਬਾਅਦ ਤੁਹਾਡੀ ਅਟੈਂਸ਼ਨ ਬਾਏ ਕਰਨ ਵਾਸਤੇ ਕਦੀ ਮੇਰੀ ਬਾਂਹ ਇੱਧਰ ਲੈ ਜਾਣੀ ਹੈ, ਕਦੀ ਮੇਰੀ ਲੱਤ ਐਵੇਂ ਲੈ ਜਾਣੀ ਹੈ, ਕਦੀ ਮੇਰਾ ਮੂੰਹ ਐਵੇਂ ਲੈ ਜਾਣਾ ਹੈਗਾ। ਪਰ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਸੀਂ ਇਹਨੂੰ ਅਟੈਂਸ਼ਨ ਨਹੀਂ ਪੇ ਕਰਨੀ। ਫਿਰ ਤੁਹਾਨੂੰ ਬੌਦਰ ਨਹੀਂ ਕਰੇਗਾ, ਤੰਗ ਨਹੀਂ ਕਰੇਗਾ। ਆਪ ਹੈਰਾਨ ਹੋਵੋਗੇ, 2 ਦਿਨ ਉਹ ਸ਼ਖਸ ਪੜ੍ਹਾਉਂਦਾ ਰਿਹਾ, ਲੋਕਾਂ ਨੂੰ ਇਹੀ ਭੁੱਲ ਗਿਆ ਇਹਨੂੰ ਕੋਈ ਪ੍ਰੋਬਲਮ ਵੀ ਹੈਗੀ ਹੈ। ਇਹ ਅਹਿਸਾਸ ਨਹੀਂ ਰਿਹਾ ਕਿ ਇਹਨੂੰ ਕੋਈ ਇੱਕ ਐਵੇਂ ਲੱਗਾ ਇਟਸ ਟੋਟਲ ਹੀ ਇਜ਼ ਏ ਨਾਰਮਲ ਹਿਊਮਨ ਬੀਇੰਗ। ਇਹ ਰਿਐਲਿਟੀ ਹੈ। ਜਿੰਨੀ ਤੁਸੀਂ ਔਗਣਾਂ ਨੂੰ ਤਰਜੀਹ ਦਿਓਗੇ, ਅਟੈਂਸ਼ਨ ਪੇ ਕਰੋਗੇ, ਓਨਾ ਉਹ ਤੰਗ ਕਰਨਗੇ ਤੇ ਵਧਣਗੇ। ਗੁਰੂ ਬਾਬਾ ਜੀ ਨੇ ਕਿਹਾ ਸਾਂਝ ਕਰੀਜੈ ਗੁਣਹ ਕਰੀ ਛੋੜ ਅਵਗਣ ਚੱਲੀ ਹੈ, ਛੱਡ ਦਿਓ, ਤਿਆਗ ਦਿਓ। ਦੇਖੋ ਦੇਖ ਕੇ ਅੰਡਿਠ ਕਰਨ ਦੀ ਬਾਤ ਇੱਥੇ ਆ ਰਹੀ ਹੈ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ। ਪਹਿਰੇ ਪਟੰਬਰ ਕੱਪੜੇ ਨੂੰ ਕਿਹਾ ਜਾਂਦਾ ਹੈਗਾ। ਦੇਖੋ ਇਹ ਸਿੱਖੀ ਹੈ, ਇਹਨੇ ਕੱਪੜੇ ਦੇ ਤਿਆਗ ਦੀ ਗੱਲ ਨਹੀਂ ਕੀਤੀ। ਇਹ ਯੋਗ ਮਤ ਨਹੀਂ ਗਾ, ਇਹ ਰਿਨਾਊਂਸੇਸ਼ਨ ਦੀ ਗੱਲ ਨਹੀਂ ਕਰਦਾ ਕਿ ਵੀ ਹੈਵ ਟੂ ਰਿਨਾਊਂਸ ਦਿਸ ਵਰਲਡ। ਨੋ, ਕੱਪੜਾ ਪਾਉਣਾ ਤੇ ਕੱਪੜਾ ਪਾਉਣਾ ਹੁੰਦਾ ਫੱਬਵਾਂ ਮੀਨ ਚੰਗਾ ਲੱਗਣਾ, ਚੰਗੀ ਟੇਲਰਿੰਗ ਹੋਣੀ ਉਹਦੀ, ਚੰਗੇ ਤਰੀਕੇ ਨਾਲ। ਇਹ ਪਟੰਬਰ ਆ ਜਿਹੜਾ ਪੱਟ ਦੇ ਜ਼ਰੀਏ ਸਾਨੂੰ ਕੱਜਦਾ ਆ। ਸਾਡੇ ਸਾਰਿਆਂ ਦੇ ਚ ਖਾਮੀਆਂ ਕਮੀਆਂ ਫਲਾਜ਼ ਹੈਗੇ ਨੇ, ਪਰ ਇਸ ਤਰੀਕੇ ਦਾ ਜੀਵਨ ਯਾਪਨ ਜੀਣਾ ਪਟੰਬਰ ਪਾ ਲੇ ਬੰਦਾ। ਨਾ ਆਪ ਨੂੰ ਦਿਸਣ ਨਾ ਕਿਸੇ ਨੂੰ ਦਿਸਣ, ਉਹਨਾਂ ਦਾ ਫਲਾਅ ਘਟ ਜਾਏ, ਉਹਨਾਂ ਦਾ ਵਿਖਾਵਾ ਘਟ ਜਾਏ। ਪਹਿਰੇ ਪਟੰਬਰ ਕਰ ਆਡੰਬਰ। ਆਡੰਬਰ ਅਸੀਂ ਹਾਲਾਂਕਿ ਉਹਨੂੰ ਨੈਗੇਟਿਵ ਸੈਂਸ 'ਚ ਕਈ ਵਾਰ ਲੈ ਜਾਂਦੇ ਹਾਂ, ਪਰ ਇਹਦਾ ਮਤਲਬ ਮੇਕਅਪ। ਅਤੇ ਮੇਕਅਪ ਉਸ ਸੈਂਸ 'ਚ ਨਹੀਂ ਕਿ ਜਿਹੜਾ ਬੰਦਾ ਜਿਸ ਫੇਸ਼ੀਅਲ ਮੇਕਅਪ ਦੀ ਗੱਲ ਹੋ ਰਹੀ ਹੈ। ਅਤੇ ਆਡੰਬਰ ਦਾ ਮਤਲਬ ਇਹ ਹੈ ਇਸ ਕਿਸਮ ਦਾ ਅਮਾਲ ਕਰਨਾ। ਜਿਵੇਂ ਸਾਡੇ ਆਮ ਪੰਜਾਬੀ ਕਲਚਰ 'ਚ ਨਾ, ਸਿੱਖੀ ਅਤੇ ਪੰਜਾਬੀ 'ਚ ਡਿਫਰੈਂਸਿਸ ਕਰਕੇ ਬਾਤ ਕਰਨ ਲੱਗਾ। ਪੰਜਾਬੀ ਕਲਚਰ 'ਚ ਕੋਈ ਬੰਦਾ ਬੜੀ ਹਲੀਮੀ ਵਿਖਾਏ, ਬੜਾ ਸਾਨੂੰ ਇਸ ਤਰੀਕੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਇਆ, ਤਾਂ ਅਸੀਂ ਬਹੁਤਾ ਚੰਗਾ ਨਹੀਂ ਸਮਝਦੇ। ਅਸੀਂ ਕਹਿੰਦੇ ਲੈ ਦੇਖ ਕੇ ਤਾਂ ਪਖੰਡ ਜੇ ਕਰਦਾ ਹੈਗਾ। ਇਹ ਆਡੰਬਰ ਹੈ। ਈਵਨ ਇਹੋ ਜਿਹੀ ਹਾਲਤ ਆ ਸਾਡੇ ਤੇ ਕਈ ਵਾਰੀ ਇੱਕ ਦੂਸਰੇ ਨੂੰ ਫਤਿਹ ਬੁਲਾਉਣ ਲੱਗੇ ਬੰਦਾ ਜਿਹੜਾ ਹੈਗਾ ਥੋੜ੍ਹਾ ਸੰਗਦਾ ਵੀ ਐਵੇਂ ਯਾਰ ਚੰਗਾ ਥੋੜ੍ਹਾ ਲੱਗਦਾ ਇਸ ਤਰੀਕੇ ਨਾਲ। ਬੜਾ ਭਾਈ ਸਲੀਕਾ ਨਹੀਂ ਛੱਡਣਾ ਚਾਹੀਦਾ, ਤਰੀਕਾ ਨਹੀਂ ਛੱਡਣਾ ਚਾਹੀਦਾ। ਅਸੀਂ ਬੱਚਿਆਂ ਨੂੰ ਸਿਖਾਉਣਾ, ਸਪੋਜ਼ ਕਰੋ ਘਰਾਂ ਦੇ ਵਿੱਚ ਆਪ ਦੇਖੋਗੇ, ਘਰ ਦੇ ਵਿੱਚ ਬੱਚੇ ਨੂੰ ਸਿਖਾਉਣਾ, ਬਾਹਰੋਂ ਆਏ ਕੋਈ ਉਹਨੂੰ ਹੱਗ ਕਰਨਾ ਹੈ, ਉਹਨੂੰ ਪਿਆਰ ਕਰਨਾ ਹੈ, ਆਪਣੇ ਪਿਆਰ ਲੈਣਾ ਹੈ, ਫਤਿਹ ਬੁਲਾਉਣੀ ਹੈ, ਸਾਰਾ ਕੁਝ ਇਹ ਸਾਰੇ ਮੈਨਰਸ ਨੇ। ਜੇ ਆਪਾਂ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਤੋਂ ਬੰਦਾ ਕਹਿੰਦਾ ਲੈ ਛੱਡ ਪਰ ਇਹ ਦੇਖੋ ਕੈਸੇ ਫੁਕਰੇ ਜੇ ਕੰਮ ਕਰਦੇ ਨੇ, ਇਹ ਆਡੰਬਰ ਹੈ ਭਾਈ। ਇਹ ਲਾਜ਼ਮੀ ਹੈ। ਜੀਵਨ ਮੈਨਰਸ ਨਾਲ ਸੁਖ ਜਿਹੜਾ ਸੁਖਦ ਲੱਗਦਾ, ਖੁਸ਼ੀ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀ ਹੈ। ਤੇ ਪਿੜ ਮੱਲਣ ਦੀ ਗੱਲ ਇਹ ਹੈ,
नहीं तो माड़ियां अलामतां ਜਿਹੜੀਆਂ ਨੇ कई बार बंदा बाहरों विखावे करके थोड़ा रूड ਹੁੰਦਾ ਆ हौली हौली मन करके रूड हो ਜਾਂਦਾ फिर ਉਹਦਾ ਸੁਭਾਅ ही बन ਜਾਂਦਾ क्रोधा बिरती हर वक्त ਜਿਹੜਾ ਹੈਗਾ ਦੂਜੇ ਨੂੰ ਟੀਚਰ ਹੀ ਕਰਨੀ ਮਾੜਾ ਬੋਲਣਾ ਸਾਰਾ ਕੁਝ एंड ऑफ द डे कौन ਚਾਹੇਗਾ ਉਹਦੇ ਨਾਲ ਮਿਲਣਾ ਇਸੇ ਇੱਥੋਂ ਸੰਸਾਰ ਸਾਰਾ ਭੈੜਾ ਹੁੰਦਾ गुरु बाबा जी कहिंदे अपना पिड़ मली है ये अपना पिड़ मल ताकि वकार अलामत तेरी उत्ते पोजैस ना कर सकन तेरे उत्ते कंट्रोल ना कर सकन अगला बचन लिखिया जिथे जाए बही है भला कही है चोल अमृत पीजे सिख नूं किते जाण दी मनाही नहीं सिख दुनिया के हर कॉर्नर हर जगह ते जाए जिथे मर्जी पर इको निशाना रखना चोल अमृत पीजे जिवें शहद की मक्खी है वो नैक्टर चूज करी जाती है जिहड़े मर्जी आले दुआले कोई काम सिख ली ਜਿਹੜਾ ਹੈਗਾ ਪ੍ਰੋਹਿਬਿਟਡ ਨਹੀਂ ਕੋਈ ਦੁਨੀਆ ਦੀ ਕੋਈ ਚੀਜ਼ ਹਰ ਰੂਪ ਦੇ ਵਿੱਚ ਪਰ ਇਹ ਹੈ ਝੋਲ ਅੰਮ੍ਰਿਤ ਪੀਜਾ ਅੰਮ੍ਰਿਤ ਕੱਢਣਾ ਰਸ ਕੱਢਣਾ ਵਿੱਚੋਂ ਉਹਦੇ ਗੁਣਾਂ ਦੀ ਸਾਂਝ ਕਰਨੀ ਹੈ ਫਿਰ ਕਿਆ ਗੁਣਾਂ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜਾ ਇਹੋ ਜਿਹਾ ਵਾਸੁਲਾ ਬਣੀ ਕਿ ਸਿਰਫ ਗੁਣਾਂ ਦੀ ਸਾਂਝ ਕਰੀ ਔਗੁਣਾਂ ਦਾ ਤਿਆਗ ਕਰੀ ਸਾਹਿਬ ਰਹਿਮਤ ਕਰਨ ਜੇ ਬਾਤ ਕੀਤੀ ਸਿੱਖੀ ਦਾ ਮੋਟੋ ਹੈ ਸਾਡੇ ਘਰਾਂ ਦੇ ਵਿੱਚ ਮੈਂ ਦਿਖਾਂਗਾ ਇਹਨੂੰ ਫਰੇਮ ਕਰਕੇ ਸਾਨੂੰ ਵਾਲ ਤੇ ਲਾਣਾ ਚਾਹੀਦਾ ਤੇ ਇਸ ਕਰਕੇ ਲਾਣਾ ਚਾਹੀਦਾ ਤਾਂ ਕਿ ਉਹ ਵਾਲ ਤੇ ਲੱਗੀ ਹੋਈ ਪਿਕਚਰ ਸਾਡੇ ਜ਼ਿਹਨ ਮਨ ਵਿੱਚ ਉਤਰ ਸਕੇ इन्नियां क बिनतियां नाल खिमा अगला समा सिमरन दा वीर जी आ गए ने बड़े सुंदर अंदाज तुहाडे नाल अगला प्रोग्राम सजाया करनगे मैं इत्थे माफ़ी चाहांगा कह देना जी वाहिगुरू जी का खालसा वाहिगुरू जी की